जीवन की राह में आप सबको वेलकम और खुशामदीद कहते हैं। ਪ੍ਰੋਗਰਾਮ ਜੀਵਨ ਕੀ ਰਾਹ ਦੇ ਵਿੱਚ ਅਸੀਂ ਆਪਣੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। प्रोग्राम जीवन की राह में आज हमारे पास आपके लिए लाइव म्यूजिक भी है। ਪ੍ਰੋਗਰਾਮ ਜੀਵਨ ਕੀ ਰਾਹ ਦੇ ਵਿੱਚ ਅਸੀਂ ਤੁਹਾਡੇ ਨਾਲ ਬਹੁਤ ਸੋਹਣੀਆਂ ਤੇ ਮਿੱਠੀਆਂ ਗੱਲਾਂ ਸਾਂਝੀਆਂ ਕਰਾਂਗੇ। प्रोग्राम जीवन की राह में आज से हम आपके लिए एक बहुत ही इंफॉर्मेटिव और इंटरेस्टिंग सीरियल शुरू करने जा रहे हैं। ਦੋਸਤੋ, ਇਹ ਸੀਰੀਅਲ ਤੁਹਾਡੇ ਜੀਵਨ ਦੇ ਵਿੱਚ ਇੱਕ ਬਹੁਤ ਵੱਡਾ ਚੇਂਜ ਲਿਆਵੇਗਾ। तो आइए देखते हैं पहला एपिसोड, लेकिन इससे पहले लेते हैं एक छोटा सा ब्रेक। ਸੋਹਣੇ ਰੱਬ ਨੇ ਹਰ ਕਿਸਮ ਦੇ ਬੂਟੇ, ਰੁੱਖ ਤੇ ਜਾਨਦਾਰ ਪੈਦਾ ਕੀਤੇ। ਖੁਦਾਵੰਦ ਖੁਦਾ ਨੇ ਧਰਤੀ ਦੀ ਮਿੱਟੀ ਤੋਂ ਬੰਦਾ ਬਣਾਇਆ ਤੇ ਉਹਦੇ 'ਚ ਆਪਣਾ ਰੂਹ ਫੂਕਿਆ ਤੇ ਇਸ ਤਰ੍ਹਾਂ ਇਨਸਾਨ ਜਿਉਂਦੀ ਜਾਨ ਹੋਇਆ ਤੇ ਉਹ ਪਹਿਲਾ ਇਨਸਾਨ ਆਦਮ ਸੀ। ਤੇ ਫਿਰ ਖੁਦਾਵੰਦ ਖੁਦਾ ਨੇ ਆਦਮ ਤੇ ਗੂੜੀ ਨੀਂਦ ਭੇਜੀ ਤੇ ਉਹਦੀ ਪਸਲੀਆਂ 'ਚੋਂ ਇੱਕ ਕੱਢ ਕੇ ਔਰਤ ਬਣਾਈ, ਇਸ ਲਈ ਕਿ ਉਹ ਆਦਮ ਦੀ ਬੀਵੀ ਤੇ ਉਹਦੀ ਸਾਥੀ ਹੋਵੇ ਤੇ ਇਹ ਔਰਤ ਬੀਬੀ ਹੱਵਾ ਏ। ਖੁਦਾਵੰਦ ਖੁਦਾ ਆਦਮ ਤੇ ਹੱਵਾ ਤੋਂ ਚਾਹੁੰਦਾ ਸੀ ਕਿ ਉਹਦੇ ਨਾਲ ਮੇਲ ਮਿਲਾਪ ਰੱਖਣ ਤੇ ਉਹਦੀ ਹਜ਼ੂਰੀ ਵਿੱਚ ਰਹਿਣ, ਤੇ ਖੁਦਾ ਨੇ ਇੱਕ ਖੂਬਸੂਰਤ ਬਾਗ ਵੀ ਉਹਨਾਂ ਦੇ ਰਹਿਣ ਲਈ ਬਣਾਇਆ। ਖੁਦਾਵੰਦ ਖੁਦਾ ਨੇ ਆਦਮ ਨੂੰ ਹੁਕਮ ਦਿੱਤਾ, ਤੂੰ ਬਾਗ ਦੇ ਸਾਰੇ ਰੁੱਖਾਂ ਦਾ ਫਲ ਖਾ ਸਕਦਾ ਹੈ, ਪਰ ਇੱਕ ਰੁੱਖ ਦਾ ਨਹੀਂ। ਜੇ ਤੂੰ ਉਹ ਫਲ ਖਾਧਾ ਤੇ ਮਰ ਜਾਏਗਾ। ਪਰ ਇੱਕ ਦਿਨ ਇਬਲੀਸ ਨੇ ਬੀਬੀ ਹੱਵਾ ਨੂੰ ਇਹ ਫਲ ਖਾਣ ਲਈ ਵਰਗਲਾਇਆ ਤੇ ਉਹਨਾਂ ਦੋਵਾਂ ਇਹ ਫਲ ਲਿਆ ਤੇ ਖਾਧਾ। ਇਸ ਕੰਮ ਦੀ ਵਜ੍ਹਾ ਤੋਂ ਉਹਨਾਂ ਦਾ ਖੁਦਾ ਨਾਲ ਨਾਤਾ ਟੁੱਟ ਗਿਆ, ਇਸ ਲਈ ਕਿ ਖੁਦਾ ਦੀ ਜ਼ਾਤ ਪਾਕ ਹੈ ਤੇ ਇਨਸਾਨ ਖਤਾਕਾਰ, ਉਹ ਖੁਦਾ ਦੇ ਹਜ਼ੂਰ ਠਹਿਰ ਨਹੀਂ ਸਕਦਾ। ਫਿਰ ਹੋਇਆ ਇਹ ਕਿ ਖੁਦਾ ਨੇ ਆਦਮ ਤੇ ਹੱਵਾ ਨੂੰ ਬਾਗ-ਏ ਅਦਨ ਵਿੱਚੋਂ ਕੱਢ ਦਿੱਤਾ। ਨਾਫਰਮਾਨੀ ਦੇ ਇਸ ਗੁਨਾਹ ਦੇ ਸਬਬ ਮੌਤ ਹਜ਼ਰਤ ਆਦਮ ਤੇ ਬੀਬੀ ਹੱਵਾ ਦੀ ਆਲ ਔਲਾਦ ਦਾ ਮੁਕੱਦਰ ਬਣ ਗਈ। ਖੁਦਾਵੰਦ ਖੁਦਾ ਬੜਾ ਰਹੀਮ ਤੇ ਮਿਹਰਬਾਨ ਹੈ। ਉਹ ਚਾਹੁੰਦਾ ਹੈ ਕਿ ਇਨਸਾਨ ਖੁਦਾ ਨਾਲ ਮੇਲ ਮਿਲਾਪ ਰੱਖੇ ਤੇ ਸਦਾ ਉਹਦੀ ਬਾਦਸ਼ਾਹੀ ਵਿੱਚ ਵਸਦਾ ਰਹੇ। ਖੁਦਾਵੰਦ ਖੁਦਾ ਆਪਣੇ ਕਲਾਮ ਪਾਕ ਵਿੱਚ ਇਸ ਮਨਸੂਬੇ ਨੂੰ ਜ਼ਾਹਿਰ ਕਰਦਾ ਹੈ ਕਿ ਇਨਸਾਨ ਜਿਹੜੀ ਸਜ਼ਾ ਦਾ ਹੱਕਦਾਰ ਹੈ ਉਹਨੂੰ ਉਸ ਤੋਂ ਬਚਾਏ। ਖੁਦਾ ਨੇ ਆਪਣੇ ਇਸ ਮਨਸੂਬੇ ਦਾ ਇਜ਼ਹਾਰ ਆਪਣੇ ਬੰਦੇ ਅਬਰਾਹਮ ਤੇ ਕੀਤਾ। ਅਬਰਾਹਮ ਨੇ ਖੁਦਾ ਤੇ ਤਵੱਕਲ ਕੀਤਾ ਤੇ ਖੁਦਾ ਨੇ ਵੀ ਅਬਰਾਹਮ ਦੇ ਵਸੀਲੇ ਕੁੱਲ ਜਹਾਨ ਨੂੰ ਬਰਕਤ ਦੇਣ ਦਾ ਵਾਅਦਾ ਕੀਤਾ ਤੇ ਕਿਹਾ, ਅਬਰਾਹਮ ਮੈਂ ਤੇਰੀ ਨਸਲ ਨੂੰ ਅਸਮਾਨ ਦੇ ਤਾਰਿਆਂ ਤੇ ਸਮੁੰਦਰ ਦੀ ਰੇਤ ਵਾਂਗੂ ਵਧਾਵਾਂਗਾ। ਅਬਰਾਹਮ ਖੁਦਾ ਤੇ ਈਮਾਨ ਲਿਆਇਆ ਤੇ ਖੁਦਾ ਨੇ ਉਹਨੂੰ ਆਪਣੇ ਪਿਆਰਿਆਂ ਵਿੱਚ ਸ਼ਾਮਿਲ ਕੀਤਾ। ਇੱਕ ਦਿਹਾੜੇ ਖੁਦਾਵੰਦ ਨੇ ਅਬਰਾਹਮ ਨੂੰ ਅਜ਼ਮਾਇਆ ਤੇ ਕਿਹਾ, ਆਪਣੇ ਪੁੱਤਰ ਨੂੰ ਮੇਰੇ ਲਈ ਕੁਰਬਾਨ ਕਰ ਦੇ। ਅਬਰਾਹਮ ਇਹ ਜਾਣਦਾ ਸੀ ਕਿ ਇਸੇ ਪੁੱਤਰ ਦੇ ਵਸੀਲੇ ਖੁਦਾ ਨੇ ਉਹਦੀ ਨਸਲ ਵਧਾਉਣ ਦਾ ਵਾਅਦਾ ਕੀਤਾ ਹੈ। ਇਹ ਸੁਣਦੇ ਹੀ ਉਹ ਫਰਮਾਬਰਦਾਰੀ ਵਿੱਚ ਝੁਕ ਗਿਆ ਤੇ ਫਿਰ ਉਹ ਆਪਣੇ ਪੁੱਤਰ ਨੂੰ ਖੁਦਾ ਦੀ ਰਾਹ ਵਿੱਚ ਕੁਰਬਾਨ ਕਰਨ ਲਈ ਤਿਆਰ ਹੋ ਗਿਆ। ਅਬਰਾਹਮ ਨੇ ਛੁਰੀ ਕੱਢ ਲਈ, ਪਰ ਮੇਰੇ ਸੋਹਣੇ ਰੱਬ ਨੇ ਅਬਰਾਹਮ ਨੂੰ ਕਿਹਾ, ਹੱਥ ਰੋਕ ਲਿਆ ਅਬਰਾਹਮ, ਮੈਂ ਜਾਣਨਾ ਕਿ ਤੂੰ ਮੇਰਾ ਫਰਮਾਬਰਦਾਰ ਹੈ। ਤੇ ਫਿਰ ਅਬਰਾਹਮ ਨੇ ਅੱਖਾਂ ਚੁੱਕ ਕੇ ਪਿੱਛੇ ਵੇਖਿਆ ਕਿ ਇੱਕ ਮੇਂਢਾ ਜਿਹਦੇ ਸਿੰਗ ਝਾੜੀ ਵਿੱਚ ਅਟਕੇ ਨੇ, ਉਹ ਜਾਨਵਰ ਆਪਣੇ ਪੁੱਤਰ ਦੇ ਬਦਲੇ ਖੁਦਾ ਦੇ ਹਜ਼ੂਰ ਕੁਰਬਾਨ ਕੀਤਾ ਜਿਹੜਾ ਖੁਦਾ ਨੇ ਦਿੱਤਾ ਸੀ। ਜਦ ਖੁਦਾਏ ਰਹੀਮੋ ਕਰੀਮ ਨੇ ਅਬਰਾਹਮ ਦੇ ਪੁੱਤਰ ਦੇ ਬਦਲੇ ਕੁਰਬਾਨੀ ਮੁਹੱਈਆ ਕੀਤੀ ਤੇ ਆਪਣੀ ਅਜ਼ੀਮ ਮੁਹੱਬਤ ਦਾ ਐਸਾ ਇਜ਼ਹਾਰ ਕੀਤਾ ਜਿਹਾ ਬਾਪ ਆਪਣੀ ਔਲਾਦ ਦੇ ਨਾਲ ਕਰਦਾ ਏ। ਇਸ ਵਾਕੇ ਤੋਂ ਖੁਦਾ ਇਹ ਜ਼ਾਹਿਰ ਕਰਦਾ ਏ
ਕਿ ਉਹਨੇ ਸਾਡੇ ਗੁਨਾਹਾਂ ਦੇ ਲਈ ਇੱਕ ਅਜ਼ੀਮ ਕੁਰਬਾਨੀ ਦਾ ਬੰਦੋਬਸਤ ਵੀ ਕੀਤਾ ਹੋਇਆ ਹੈ। ਖੁਦਾਵੰਦ ਖੁਦਾ ਕਲਾਮ ਮੁਕੱਦਸ ਵਿੱਚ ਫਰਮਾਉਂਦਾ ਹੈ ਕਿ ਉਹ ਇੱਕ ਬੇਗੁਨਾਹ ਜ਼ਾਤ ਨੂੰ ਬਨੀ ਆਦਮ ਦੇ ਗੁਨਾਹਾਂ ਦੇ ਇਵਜ਼ ਕੁਰਬਾਨ ਹੋਣ ਲਈ ਭੇਜੇਗਾ। ਉਹ ਇਸ ਕੁਰਬਾਨੀ ਦੇ ਵਸੀਲੇ ਇਮਾਨਦਾਰਾਂ ਲਈ ਖੁਦਾ ਦੀ ਨਜ਼ਦੀਕੀ ਤੇ ਬਹਿਸ਼ਤਾਂ ਦੇ ਬੂਹੇ ਖੋਲੇਗਾ। ਉਸ ਇਲਾਹੀ ਜ਼ਾਤ ਦਾ ਨਾਂ ਹੈ ਮਸੀਹ, ਜਿਹੜਾ ਸਾਡੇ ਗੁਨਾਹਾਂ ਤੋਂ ਸਾਨੂੰ ਰਿਹਾਈ ਬਖਸ਼ੇਗਾ ਤੇ ਖੁਦਾ ਦੀ ਬਾਦਸ਼ਾਹੀ ਕਾਇਮ ਕਰੇਗਾ। ਮਸੀਹ ਦੇ ਆਉਣ ਤੋਂ ਕਈ ਸੌ ਸਾਲ ਪਹਿਲਾਂ ਨਬੀਆਂ ਨੇ ਫਰਮਾਇਆ। ਹਜ਼ਰਤ ਦਾਊਦ ਫਰਮਾਉਂਦੇ ਨੇ ਕਿ ਉਹ ਖੁਦਾ ਦਾ ਬੇਟਾ ਕਹਿਲਾਏਗਾ। ਖੁਦਾ ਨਾ ਖਾਸਤਾ ਇਹਦਾ ਹਰਗਿਜ਼ ਇਹ ਮਤਲਬ ਨਹੀਂ ਕਿ ਮਸੀਹ ਖੁਦਾ ਦਾ ਜਿਸਮਾਨੀ ਬੇਟਾ ਹੋਏਗਾ, ਬਲਕਿ ਕਲਾਮ ਮੁਕੱਦਸ ਦੀ ਗਵਾਹੀ ਇਹ ਵੇ ਕਿ ਮਸੀਹ ਅਜ਼ਲੀ و ਅਬਦੀ ਕਲਮਤੁल्लाह ਹੈ, ਜਿਹੜਾ ਮੁਕੱਦਸ ਕੰਵਾਰੀ ਮਰੀਮ ਦੀ ਕੋਖ ਚੋਂ ਪੈਦਾ ਹੋਏਗਾ ਤੇ ਸਾਰੇ ਜਹਾਨ ਦੇ ਲੋਕਾਂ ਲਈ ਨਿਜਾਤ ਦਹਿੰਦਾ ਹੈ। ਯਸਾਇਆ ਨਬੀ ਫਰਮਾਉਂਦੇ ਨੇ کہ ویکھو ایک کنواری حاملہ ہوئے گی تے بیٹا جمے گی۔ آپ کو یہ ایپیسوڈ کیسا لگا ہمیں ضرور بتائیے گا۔ آپ کی فون کالز اور ای میلز کا ہمیں انتظار رہے گا۔ ہم نے دیکھا کہ کس طرح سے زمین کی مٹی سے ایک انسان بنا جس میں جیون نہیں تھا، لیکن پھر کس طرح سے وہ ایک جیتا جاگتا انسان بن گیا۔ یہ ایک گہرا بھید ہے جس کو جاننے کے لیے انسان ہمیشہ کوشش میں رہا ہے۔ ہمارے ساتھ اس وقت پاسٹر ایمینول چیمہ موجود ہے، تو آئیے ان سے پوچھتے ہیں کہ وہ اس بات کو کس طرح سے بیان کرتے ہیں۔ دوستو، جس طرح میں نے آج کی بائبل ریڈنگ میں اناؤنس کیا ہے، پیدائش کی کتاب اس کے پہلے 2 چیپٹرز یعنی پہلے 2 باب کا آپ ضرور مطالعہ کریں، ان کو ضرور پڑھیں، اور آپ کو انسان کی پیدائش کے بارے میں، انسان کے جنم کے بارے میں، انسان کی کریشن کے بارے میں ضرور جانکاری ملے گی۔ جس طرح بائبل میں سے ہم پڑھتے ہیں کہ کس طرح سے پرمیشور نے، خدا نے ایک مٹی کا، زمین کی مٹی کا ایک بت بنایا اور اس کے اندر جیون ڈال دیا۔ ہم بائبل میں سے ضرور پڑھیں گے۔ یہاں پر پیدائش کی کتاب اردو میں اور پنجابی دے وچ میں دساں گا اتپت دی پوتھی اودا دوسرا ادھیائے، پیدائش کی کتاب اور اس کا دوسرا چیپٹر۔ یہاں پر لکھا ہے دوسرے چیپٹر کی 6 آیت میں، بلکہ 7ویں آیت میں یہاں پر لکھا ہے، اور خداوند خدا نے زمین کی مٹی سے انسان کو بنایا اور اس کے نتنوں میں زندگی کا دم پھونکا تو وہ جیتی جان ہوا۔ کس طرح سے ہم نے آج کا جو سیریل تھا اس میں انسان کی پیدائش کو دیکھا، کس طرح سے انسان کو پرمیشور نے زمین کی مٹی سے بنایا اور کس طرح سے وہ جیتا جاگتا انسان بن گیا۔ یہاں پر میں آپ کی توجہ 2 خاص باتوں پر دلانا چاہتا ہوں۔ انسان، جو پہلا انسان پرمیشور نے بنایا تھا، اس کا نام اس نے رکھا آدم، انگلش میں جسے ایڈم کہتے ہیں، اور جو اس کے ساتھ عورت بنائی تھی اس کا نام رکھا ہوا، انگلش میں اسے ایو کہتے ہیں، اور ہیبرو لینگویج میں اسے ہیوا کا نام دیا گیا ہے۔ یہاں پر میں تھوڑا سا اس پر ضرور تفصیلاً ان ڈیٹیل جاؤں گا۔ ایڈم جسے انگلش میں کہا گیا ہے، اردو میں اسے آدم کہا گیا ہے، اور اگر ہم بائبل کی اوریجنل لینگویجز میں جائیں، جس طرح بائبل کی اولڈ ٹیسٹامنٹ کی پرانے نیم کی جو اوریجنل لینگویج ہے وہ ہیبرو لینگویج ہے، اور نئے نیم کی نیو ٹیسٹامنٹ کی گریک لینگویج ہے۔ اب یہاں پر ہم بائبل کے اندر جو جینیسس کی بک ہے، جو پیدائش کی کتاب ہے، اس کو پڑھ رہے ہیں، اور یہ اولڈ ٹیسٹامنٹ ہے۔ یہاں پر انسان کی پیدائش کے بارے میں ہمیں پتہ چلتا ہے کہ پرمیشور نے، خدا نے، پرماتما نے انسان کو زمین کی مٹی سے بنایا، اور ہم نے اس کو دیکھا کس طرح سے انسان کا بت بنا،
और फिर यहाँ पर लिखा है कि उसने उसके नथनों में जिंदगी का दम फूंका। यहाँ पर मैं सबसे पहले एडम के बारे में बताऊंगा, जो इंसान, पहले इंसान को नाम दिया गया था आदम। आदम का लफ्ज़ जो है वो बाइबल के पुराने अहदनामे में, ओल्ड टेस्टामेंट की ओरिजिनल हिब्रू लैंग्वेज से आया है। हिब्रू लैंग्वेज में यही लफ्ज़ जो आदम है, यहाँ पर अगर हम देखें तो एक लफ्ज़ इस्तेमाल हुआ है एडमा, और एडमा को हम उसकी ट्रांसलेशन देखते हैं, उसका तर्जुमा देखते हैं, वो है ज़मीन, अर्थ, ग्राउंड। और इसीलिए खुदा ने जब इंसान को ज़मीन की मिट्टी से बनाया तो उसका नाम उसने आदम रखा, क्योंकि वो ज़मीन की मिट्टी से, ग्राउंड से बना था। और फिर बाइबल में लिखा है कि परमेश्वर ने, खुदा ने इंसान पर, उस पहले आदम पर नींद भेजी और उसकी पसलियों में से एक पसली निकालकर उसकी औरत बना दी, जिसका नाम उसने रखा हवा, जो अरबिक ज़ुबान में ये लफ्ज़ आता है और इंग्लिश में लफ्ज़ है ईव। और हम अगर बाइबल की ओरिजिनल लैंग्वेज में जाते हैं, हम देखते हैं यहाँ पर हिब्रू लैंग्वेज में जो लफ्ज़ इस्तेमाल हुआ है हेवा, यहाँ पर ये हेवा जो है उसके स्पेलिंग के से स्टार्ट होते हैं और के इसमें साइलेंट आता है, KHAVA, हेवा। और यहाँ पर हम देखते हैं हेवा का जो लफ्ज़ी मतलब है, जो उसका बेसिक मीनिंग है, वो है लाइफ, जीवन। इसलिए वो सब जिंदों की माँ है। वो सब लोग जो इस ज़मीन पर रहते हैं, हर एक इंसान उन सब की वो माँ है, क्योंकि वो पहली औरत इस ज़मीन पर बनाई गई।